ਮਾਮਲਾ ਮਾਨਸਾ ਦੇ ਪਿੰਡ ਫਫੜੇ ਭਾਈਕਾ ਦਾ ਹੈ, ਜਿੱਥੇ ਦਲਿਤ ਨੌਜਵਾਨ ਮਨਪ੍ਰੀਤ ਸਿੰਘ ਦੀ ਪੁਲਿਸ ਤਸ਼ੱਦਦ ਕਾਰਨ ਹੋਈ ਮੌਤ ਦੇ ਇਲਜ਼ਾਮ ਪੁਲਿਸ ਤੇ ਹੀ ਲੱਗ ਰਹੇ ਹਨ। ਜਿਸ ਦੇ ਚੱਲਦਿਆਂ ਅੱਜ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੀੜਤ ਦੇ ਘਰ ਪੁੱਜਣਾ ਸੀ, ਪਰ ਕਿਸਾਨ ਸੰਗਠਨਾਂ ਦੇ ਵਿਰੋਧ ਦੇ ਚੱਲਦਿਆਂ ਉਹ ਉੱਥੇ ਨਹੀਂ ਪਹੁੰਚ ਸਕੇ। ਜਿਸ ਦੇ ਚੱਲਦੇ ਪੁਲਿਸ ਨੇ 6 ਕਿਸਾਨ ਆਗੂਆਂ ਦੇ ਅਗਿਆਤ ਕਿਸਾਨਾਂ ਦੇ ਖਿਲਾਫ ਐਸਸੀ ਐਕਟ ਅਤੇ ਧਾਰਾਵਾਂ ਦੇ ਅਨੁਸਾਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਬੁਢਲਾਡਾ ਵਿੱਚ ਦਲਿਤ ਨੌਜਵਾਨ ਦੇ ਮਾਮਲੇ ਵਿੱਚ ਪੁਲਿਸ ਦੇ ਵੱਖ-ਵੱਖ ਮਾਮਲਿਆਂ ਵਿੱਚ ਜਿੱਥੇ ਥਾਣਾ ਪ੍ਰਭਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਉੱਥੇ ਹੀ ਧਾਰਾ 304 ਦੇ ਅਨੁਸਾਰ ਮਾਮਲਾ ਦਰਜ ਵੀ ਕਰ ਲਿਆ ਗਿਆ ਹੈ। ਇਸ ਮੌਕੇ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਦੱਸਿਆ ਕਿ ਉਹਨਾਂ ਨੇ ਪੀੜਤ ਪਰਿਵਾਰ ਨਾਲ ਅੱਜ ਮਿਲਣ ਲਈ ਪੁੱਜਣਾ ਸੀ, ਪਰ ਐਸਸੀ ਕਮਿਸ਼ਨ ਉਹਨਾਂ ਦਾ ਸੰਵਿਧਾਨਕ ਪਦ ਹੈ। ਇਸ ਲਈ ਜੇਕਰ ਉਹਨਾਂ ਦੇ ਕੰਮ ਵਿੱਚ ਕੋਈ ਅੜਚਨ ਪਾਉਂਦਾ ਹੈ ਤਾਂ ਉਸ ਦੇ ਖਿਲਾਫ ਐਸਸੀ ਐਕਟ ਦੇ ਤਹਿਤ ਮਾਮਲਾ ਦਰਜ ਹੁੰਦਾ ਹੈ। ਇਸ ਦੀਆਂ ਚੱਲਦਿਆਂ ਪੁਲਿਸ ਨੇ 6 ਕਿਸਾਨਾਂ ਨੂੰ ਬਾਈ ਨੇਮ ਅਤੇ ਕੁਝ ਅਗਿਆਤ ਕਿਸਾਨਾਂ ਦੇ ਖਿਲਾਫ ਮੁਕੱਦਮਾ ਨੰਬਰ 75 ਦਰਜ ਕਰ ਲਿਆ ਗਿਆ ਹੈ। ਇਸ ਦੇ ਇਲਾਵਾ ਬੁਢਲਾਡਾ ਥਾਣਾ ਮੁਖੀ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ, ਜਦੋਂ ਕਿ ਮੁਕੱਦਮਾ ਨੰਬਰ 69 ਦੇ ਤਹਿਤ ਧਾਰਾ 304 ਦੇ ਅਨੁਸਾਰ ਵੱਖ-ਵੱਖ ਮਾਮਲਿਆਂ ਦਰਜ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ 4,12,000 ਰੁਪਏ 1-2 ਦਿਨ ਦੇ ਵਿੱਚ ਦੇ ਦਿੱਤੇ ਜਾਣਗੇ ਅਤੇ ਬਾਕੀ ਰਕਮ ਕੁਝ ਦਿਨਾਂ ਬਾਅਦ ਮਿਲ ਜਾਵੇਗੀ। ਪੀੜਤ ਪਰਿਵਾਰ ਨੂੰ ਕੁੱਲ 8,25,000 ਰੁਪਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਦੀ ਹਦਾਇਤ ਵੀ ਕਰ ਦਿੱਤੀ ਗਈ ਹੈ। ਇਸ ਦੀਆਂ ਚੱਲਦਿਆਂ ਪੀੜਤ ਪਰਿਵਾਰ ਨੇ ਵਿਜੇ ਸਾਂਪਲਾ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਆਏ ਸਨ। ਜੇਕਰ ਕਿਸਾਨ ਸੰਗਠਨਾਂ ਨੇ ਪਿੰਡ ਵਿੱਚ ਨਹੀਂ ਆਉਣ ਦਿੱਤਾ ਤਾਂ ਜਦੋਂ ਕਿਸੇ ਗਰੀਬ ਪਰਿਵਾਰ ਨੂੰ ਜੇਕਰ ਕੋਈ ਆਰਥਿਕ ਮਦਦ ਮਿਲਦੀ ਹੈ ਤਾਂ ਕਿਸਾਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਉਹਨਾਂ ਨੇ ਆਪਣੇ ਬੇਟੇ ਲਈ ਇਨਸਾਫ ਦੀ ਗੁਹਾਰ ਵੀ ਲਗਾਈ। ਆਓ ਦੇਖਦੇ ਹਾਂ ਮਾਨਸਾ ਤੋਂ ਗੁਰਜੀਤ ਸੰਧੂ ਦੀ ਇਹ ਵਿਸ਼ੇਸ਼ ਰਿਪੋਰਟ। ਹਾਂਜੀ ਦੇਖੋ ਜੀ, ਮੈਂ ਇਹ ਗੱਲ ਤੇ ਉਹਨਾਂ ਦੋਸ਼ੀਆਂ ਨੂੰ ਜਿਹੜੀ ਸਜ਼ਾ ਸੀ ਉਹ ਮਿਲਣੀ ਚਾਹੀਦੀ ਹੈ ਜੀ। ਜਿਹੜਾ ਇਹਨਾਂ ਸਾਂਪਲਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ, ਮੈਂ ਤੁਹਾਡਾ ਸਾਰਿਆਂ ਦੀ ਧੰਨਵਾਦ ਕਰਦਾ ਜਿਹੜਾ ਮੇਰੇ ਮੁੰਡੇ ਦਾ ਇਨਸਾਫ। ਨਹੀਂ, ਸਾਂਪਲਾ ਜੀ ਆਏ ਸੀ ਅੱਜ ਪਿੰਡ 'ਚ ਵੜਨ ਨਹੀਂ ਦਿੱਤਾ ਗਿਆ ਉਹਨਾਂ ਨੂੰ। ਹਾਂਜੀ, ਕੀ ਤੁਹਾਡੇ ਭਾਈਚਾਰੇ ਦੇ ਲੋਕ ਵੀ ਉੱਥੇ ਸੀਗੇ, ਕੀ ਕਹੋਗੇ ਉੱਥੇ ਜੀ? ਉਹਨਾਂ ਨੇ ਵੜਨ ਦਿੱਤਾ, ਉਹਨਾਂ ਦਾ ਤਾਂ ਕੋਈ ਉਹ ਨਹੀਂ ਸੀ ਜੀ। ਮੇਰਾ ਤਾਂ ਇਨਸਾਫ ਦਾ ਸੀ, ਮੇਰਾ ਤਾਂ ਪਤਾ ਲੈਣ ਆਏ ਸੀਗੇ ਜੀ। ਇਹ ਦੁੱਖ ਦਰਦ ਵੰਡਾਉਣ ਆਏ ਸੀਗੇ। ਉਹਨਾਂ ਨਾਲ ਤਾਂ ਕਿਸੇ ਨਾਲ ਇਹਨਾਂ ਦਾ ਰੌਲਾ ਹੀ ਨਹੀਂ ਹੈਗਾ ਸੀਗਾ ਜੀ। ਤੁਸੀਂ ਸੰਤੁਸ਼ਟ ਹੋ ਹੁਣ ਜਿਹੜਾ ਸਾਂਪਲਾ ਜੀ ਕਰਕੇ ਗਏ? ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਧੰਨਵਾਦ ਜੀ ਉਹਨਾਂ ਦਾ। ਮੈਂ ਦੋਸ਼ੀਆਂ ਨੂੰ ਉਹ ਮਿਲ ਜੂਗਾ ਜੀ। ਕੀ ਵਿਸ਼ਵਾਸ ਦਵਾਇਆ ਉਹਨਾਂ ਨੇ? ਸਾਂਪਲਾ ਜੀ ਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ? ਸਾਨੂੰ ਹਾਂ ਜੀ, ਪਰਚਾ ਕਰਤਾ ਜੀ, ਪਰਚਾ ਹੋ ਗਿਆ ਜੀ ਉਹਨਾਂ ਦੇ। ਆਮਜਾ ਦਿੱਤਾ ਜੀ ਉਹਨਾਂ ਨੇ। ਕਿੰਨਾ? 8 ਲੱਖ ਰੁਪਈਆ ਜੀ। ਮਿਲ ਗਿਆ ਚੈੱਕ? ਨਹੀਂ ਮਿਲਿਆ ਨਹੀਂ ਜੀ ਚੈੱਕ। ਵਿਸ਼ਵਾਸ ਦਵਾਇਆ? ਵਿਸ਼ਵਾਸ ਦਵਾਇਆ। ਇੱਕ ਮਿੰਟ ਜੀ, ਪੁਲਿਸ ਦੇ ਨਾਲ ਜਦੋਂ ਪਹਿਲਾਂ ਸਮਝੌਤਾ ਹੋਇਆ ਸੀ 5 ਲੱਖ ਰੁਪਏ ਦਾ ਗੱਲ ਆਈ ਸੀ, ਕਿੰਨੇ ਪੈਸੇ ਮਿਲੇ ਤੁਹਾਨੂੰ ਉਹ ਚੋਂ? ਉਹ 5 ਲੱਖ ਦਿੱਤਾ ਜੀ ਸਾਨੂੰ। ਉਹ ਵੀ ਸਾਨੂੰ ਜਿਹੜੇ ਮੂਹਰੇ ਸੀ ਬੰਦੇ, ਕੋਈ ਮੈਨੂੰ ਤਾਂ ਉਸਦਾ ਨਹੀਂ ਸੀ, ਜਿਹੜੇ ਮੂਹਰੇ ਬੰਦੇ ਸੀਗੇ ਜੀ ਉਹਨਾਂ ਨੇ ਦਿੱਤੇ ਸੀ, ਉਹਨਾਂ ਨੂੰ ਫੜਾ ਕੇ ਗਏ ਨੇ ਜੀ। ਕਿਉਂ ਅਸੀਂ ਤਾਂ ਰੋਂਦੇ ਫਿਰਦੇ, ਸਾਡੇ ਦਿਮਾਗ 'ਚ ਕੋਈ ਇਹੋ ਜਿਹੀ ਤੁਹਾਨੂੰ 5 ਲੱਖ ਮਿਲ ਗਿਆ ਉਹ? ਹਾਂਜੀ ਹਾਂਜੀ ਹਾਂਜੀ, ਵੀ ਚੇਅਰਮੈਨ ਆਏ ਸੀਗੇ ਵੀ ਉਹਨਾਂ ਨੇ ਵੀ ਜਿਹੜੀ ਸਾਨੂੰ 4,000 ਰੁਪਏ ਦੀ ਵੀ ਸਹਾਇਤਾ ਦਿੱਤੀ ਹੈਗੀ, ਵੀ ਉਹ ਆਖਦੇ ਨੇ ਵੀ 4,000 ਰੁਪਏ 4 ਲੱਖ ਰੁਪਏ ਸਾਨੂੰ ਸਹਾਇਤਾ, ਅਤੇ ਵੀ ਉਹ ਬਣਦੀ ਵੀ ਜਿਨ੍ਹਾਂ ਨੇ ਮਨਪ੍ਰੀਤ ਦੇ ਵੀ ਗੁਨਾਹਗਾਰ ਨੇਗੇ ਵੀ ਉਹਨਾਂ ਨੂੰ ਬਣਦੀ ਕਾਰਵਾਈ ਕੀਤੀ ਜਾਊਗੀ। ਮਤਲਬ ਜੀ ਮਾਮਲਾ ਕੀ ਸੀਗਾ? ਤੁਸੀਂ ਵੀ ਗਏ ਸੀ ਥਾਣੇ ਲੈਣ, ਉਦੋਂ ਕਹੀ ਜੀ ਹਾਲਤ ਸੀ? ਕੌਣ ਸੀਗਾ ਉਦੋਂ ਜੀ? ਬਹੁਤ ਜ਼ਿਆਦਾ ਵੀ ਗੰਭੀਰ ਹਾਲਤ ਸੀ ਉਸ ਦੀ। ਕੀ ਸੀ ਮਾਮਲਾ, ਕੀ ਸੀ? ਲੜਾਈ ਕਿਸ ਕਾਰਨ ਹੋਈ ਸੀ, ਕੀ ਗੱਲ? ਲੜਾਈ ਜੀ, ਉਹ ਨਾ ਛੋਟਾ ਜਿਹਾ ਕਤੂਰਾ ਲੈ ਕੇ ਆਂਦਾ ਸੀਗਾ। ਜਦੋਂ ਕਤੂਰਾ ਲੈ ਕੇ ਆਂਦਾ ਸੀਗਾ, ਉਹ ਚੱਕ ਕੇ ਵੀ ਉਹ 6 ਵਜੇ ਬਾਹਰ ਲੈ ਗਿਆ ਸੀਗਾ, ਅਤੇ ਉਹ ਜਵਾਕ ਵੀ ਦੇਖਣ ਆ ਜਾਂਦੇ ਸੀਗੇ ਕਤੂਰੇ ਨੂੰ ਵੀ ਉਹ ਜਵਾਕ ਸੀਗੇ ਨਾਲ। ਉਹਨਾਂ ਨੇ ਕਤੂਰਾ ਡੇਗਤਾ, ਉਹਨੇ ਉਹਦੇ ਥੱਪੜ ਮਾਰਿਆ। ਉਹ ਆ ਲੋਕ ਇੱਟਾਂ ਜਿਹੀਆਂ ਲੱਗੀਆਂ ਹੋਈਆਂ ਸੀ, ਉਹ ਡਿੱਗ ਗਿਆ। ਉਹ ਜੇ ਥੱਪੜ ਮਾਰਿਆ, ਇੱਥੋਂ ਜਿਹਦੇ ਖੂਨ ਨਿਕਲਿਆ ਆ। ਇਹਨੇ ਵੀ ਸਾਨੂੰ ਪਤਾ ਨਹੀਂ ਸੀਗਾ ਵੀ ਉਹ ਸਾਡੇ 'ਤੇ ਰਾਊਟਰ ਲਿਖਾ ਦੇਣਗੇ, ਅਤੇ ਇਹਨੇ ਵੀ 10 ਕੁ ਵਜੇ ਦਾ ਟਾਈਮ ਸੀਗਾ, ਉਦੋਂ ਪੁਲਿਸ ਲੈਣ ਆ ਗਈ ਸੀਗੀ। ਜਦੋਂ ਪੁਲਿਸ ਲੈਣ ਆ ਗਈ ਸੀਗੀ, ਅਸੀਂ ਬਹੁਤ ਉਹਨਾਂ ਮੂਹਰੇ ਹੱਥ ਬੰਨੇ ਸੀਗੇ ਵੀ ਜੀ ਅਸੀਂ ਤੜਕੇ ਵੀ ਮੇਰੇ ਮੁੰਡੇ ਨੇ ਵੀ ਥੱਪੜ ਮਾਰਿਆ ਹੈਗਾ, ਵੀ ਗੁਨਾਹਗਾਰ ਹੈਗਾ, ਕਿਉਂ ਵੀ ਇਹਦਾ ਕਸੂਰ ਹੈਗਾ, ਵੀ ਅਸੀਂ ਤਾਂ ਇਹਨੂੰ ਵੀ ਤੜਕੇ ਲੈ ਕੇ ਆਵਾਂਗੇ। ਅਤੇ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ। ਸਾਨੂੰ ਕਹਿੰਦੇ ਵੀ ਪਰੇ ਹੁੰਨੇ ਵਾਰ ਚੋਂ ਕੇ ਕਹਿੰਦੇ ਡੰਡੇ ਮਾਰ ਕੇ ਪਰੇ ਕਰੀਏ, ਧੱਕੇ ਦੇ ਕੇ ਪਰੇ ਕਰੀਏ। ਜਦੋਂ ਉਹਨਾਂ ਨੇ ਸਾਨੂੰ ਐਂ ਧਮਕੀਆਂ ਦਿੱਤੀਆਂ, ਇੰਨੇ ਉਹਨਾਂ ਨੇ ਪਏ ਮੇਰੇ ਮੁੰਡੇ ਨੂੰ ਉਠਾ ਲਿਆ ਬਾਂਹ ਫੜ ਕੇ। ਮੁੰਡਾ ਮੇਰਾ ਡਰਦਾ ਸੀਗਾ ਪੁਲਿਸ ਤੋਂ ਜੀ। ਉਹ ਕਹਿੰਦਾ ਮੰਮੀ ਮੈਂ ਨਾਲ ਲੈ ਕੇ ਜਾਊਂਗਾ, ਮੈਂ ਇਕੱਲਾ ਜਾਂਦਾ ਨਹੀਂ ਹੈਗਾ ਗਾ।
ਫਿਰ ਵੀ ਅਸੀਂ ਉਹਨਾਂ ਮੂਹਰੇ ਬਹੁਤ ਹੱਥ ਬੰਨੇ ਸੀਗੇ, ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਗੀ। ਕਹਿੰਦੇ ਉੱਥੇ ਲਿਜਾ ਕੇ ਕਹਿੰਦੇ ਤੌਣੀ ਲਾਈ, ਨਾਲ ਦੀ ਨਾਲ ਦਿਮਾਗ ਸੈੱਟ ਕਰ ਦਾਂਗੇ। ਫਿਰ ਜਦੋਂ ਅਸੀਂ ਵੀ ਉੱਥੇ ਥਾਣੇ ਦੇ ਵਿੱਚ ਵੀ 2 ਜਣੇ ਲੈਣ ਵਾਗੇ ਸੀਗੇ ਮੁੰਡੇ ਨੂੰ, ਉਹਨਾਂ ਨੂੰ ਕਹਿੰਦੇ ਵੀ ਉਹਦੀ ਮੰਮੀ ਨੂੰ ਲੈ ਕੇ ਆਓ, ਉਹਨਾਂ ਤੋਂ ਫੋਨ ਕਰਵਾਤਾ। ਜਦੋਂ ਅਸੀਂ ਗਏ ਸੀਗੇ ਉਦੋਂ ਅਸੀਂ ਜਾ ਕੇ ਕੁਰਸੀਆਂ ਆਈਆਂ ਤੇ ਵੀ ਸਾਹਮਣੇ ਬੈਠ ਗਏ ਸੀਗੇ। ਉਦੋਂ ਆਏ ਉਹ ਸੀਸੇ ਵਿੱਚ ਦੀ ਦਿਸਦਾ ਸੀਗਾ ਵੀ ਗੇੜੇ ਲਵਾਈ ਜਾਂਦੇ ਸੀਗੇ, ਭੱਜਿਆ ਫਿਰਦਾ ਦਿਸਦਾ ਸੀਗਾ ਸਾਨੂੰ। ਫਿਰ ਉਹਨਾਂ ਨੇ ਲਿਆ ਕੇ ਵੀ ਐਂ ਕੰਧ ਜੀ ਤੇ ਮੇਰੇ ਬਰਾਬਰ ਹੀ ਬੈਠ ਗਿਆ ਸੀਗਾ ਜਦੋਂ ਲੈ ਕੇ ਆਏ ਸੀਗੇ। ਤੇ ਉਦੋਂ ਉਹ ਕਹਿਣ ਲੱਗ ਗਿਆ ਵੀ ਹਾਂ ਕਿਨੇ ਦਮ ਕਸੀ ਜੀ ਕਿਵੇਂ ਲੱਗ ਰਹੀ ਹੈਗੀ, ਕਹਿੰਦੇ ਓਕੇ ਸਾਹ ਕਿਵੇਂ ਲੈਣਾ ਢੰਗ ਜੇ ਕਰਦਾ। ਉਹ ਕਹਿਣ ਲੱਗਿਆ ਨਹੀਂ ਜੀ, ਕਹਿੰਦਾ ਮੇਰਾ ਦਰਦ ਹੁੰਦਾ ਗਾ। ਉਹ ਐਂ ਕੀ ਸਰਕੇ ਉੱਥੋਂ ਕੰਧ ਜੀ ਦੇ ਉੱਤੋਂ ਉਹ ਥੱਲੀ ਨਾਲ ਹੀ ਟੂਈ ਲਾ ਕੇ ਬੈਠ ਗਿਆ ਸੀਗਾ। ਉਹ ਪਾਣੀ ਮੰਗਣ ਲੱਗ ਗਿਆ ਸੀ ਉਹਨਾਂ ਤੋਂ, ਕਹਿੰਦਾ ਜੀ ਮੈਨੂੰ ਪਾਣੀ ਦੇ ਦਿਓ, ਕਹਿੰਦਾ ਪਾਣੀ ਦੇ ਦਿਓ। ਉਹ ਕਹਿੰਦੇ ਵੀ ਹੁਣ ਤਾਂ ਤੈਨੂੰ ਪਿਆਇਆ ਸੀਗਾ ਪਾਣੀ, ਕਹਿੰਦੇ ਘਰੇ ਜਾ ਕੇ ਪੀ ਪਾਣੀ। ਫਿਰ ਵੀ ਉਹ ਕਹਿੰਦਾ ਜੀ ਮੈਨੂੰ ਥੋੜ੍ਹਾ ਜਿਹਾ ਪਾਣੀ ਦੇ ਦਿਓ। ਉਹਨਾਂ ਨੇ ਫਿਰ ਵੀ ਪਾਣੀ ਨਹੀਂ ਦਿੱਤਾ, ਉਹਨਾਂ ਨੇ ਮੇਰੇ ਤੋਂ ਅੰਗੂਠਾ ਲਵਾ ਲਿਆ ਸੀਗਾ। ਕਹਿੰਦੇ ਵੀ ਤੂੰ ਬਲਾਡੇ ਦੇ ਵਿੱਚ ਰਹਿਣਾ ਨਹੀਂ ਹੈਗਾ ਗਾ। ਮੈਂ ਕਿਹਾ ਜੀ ਠੀਕ ਆ, ਮੈਂ ਕਿਹਾ ਵੀ ਮੈਂ ਲੈ ਕੇ ਵਗ ਜੂੰਗੀ ਤੜਕੇ। ਫਿਰ ਉਹਨਾਂ ਨੇ ਐਂ ਵੀ ਆਖਿਆ ਵੀ ਜਾਣ ਤੋਂ ਪਹਿਲਾਂ ਇੱਕ ਵਾਰੀ ਵੀ ਉਰੇ ਆਇਓ 8 ਵਜੇ। ਫਿਰ ਜਦੋਂ ਵੀ ਅਸੀਂ ਲੈ ਕੇ ਆ ਗਏ ਸੀਗੇ, ਉਸ ਤੋਂ ਬਾਅਦ 'ਚ ਜਮਾ ਵੀ ਐਂ ਝੂਟੇ ਜਿਹੇ ਮਾਰਨ ਲੱਗ ਗਿਆ ਸੀ। ਮੋਟਰਸਾਈਕਲ 'ਤੇ ਬਿਠਾਏ ਹੀ ਮੈਂ ਉਹਨੂੰ ਹੱਥ ਫੜ ਕੇ ਬੈਠੀ ਰਹੀ ਸੀਗੀ। ਜਦੋਂ ਉਦੋਂ ਬਾਅਦ 'ਚ ਅਸੀਂ ਘਰੇ ਲੈ ਕੇ ਆ ਗਏ, ਜੋ ਉਤਾਰ ਕੇ ਮੋਟਰਸਾਈਕਲ ਤੋਂ ਆਏ ਮੈਂ ਲੈ ਕੇ ਜਾਣ ਲੱਗੀ, ਜਦੋਂ ਬਾਂਹ ਫੜੀ ਉਹਦੀ ਉਹ ਐਂ ਲੁਟਕ ਗਿਆ। ਜਦੋਂ ਲੁਟਕ ਗਿਆ ਉਸ ਨੂੰ ਮੈਂ ਆਖਿਆ ਮਨਪ੍ਰੀਤ ਪਿੱਛੋਂ ਦੀ ਹੱਥ ਪਾ ਲਿਆ। ਮੈਂ ਕਿਹਾ ਮਨਪ੍ਰੀਤ ਕੀ ਹੋ ਗਿਆ, ਐਂ ਕਿਉਂ ਲੁਟਕ ਗਿਆ? ਕਹਿੰਦਾ ਮੰਮੀ ਮੇਰਾ ਸੱਤ ਨਿਕਲ ਗਿਆ। ਕਹਿੰਦਾ ਨਾਲੇ ਪੁਲਿਸ ਵਾਲੇ ਨੇ ਜਦੋਂ ਮੈਨੂੰ ਕੁੱਟਿਆ ਕਹਿੰਦਾ ਉਦੋਂ ਮੇਰੀ ਲੈਟਰਿੰਗ ਨਿਕਲ ਗਈ। ਮੈਂ ਕਿਹਾ ਕੋਈ ਗੱਲ ਨਹੀਂ ਪੁੱਤ, ਮੈਂ ਘਰੇ ਜਾ ਕੇ ਧੋ ਦੂੰਗੀ। ਮੈਂ ਜੀ ਮੇਰੇ ਹੱਥ 'ਚ ਫੋਨ ਸੀਗਾ, ਮੁੰਡੇ ਨੂੰ ਫੋਨ ਕੀਤਾ ਛੋਟੇ ਨੂੰ, ਉਹਦੀ ਆ ਗਿਆ ਸੀਗਾ। ਉਹ 3 ਜਣੇ ਆ ਗਏ ਸੀਗੇ, ਇੱਕ ਗਵਾਂਢੀਆਂ ਦਾ ਮੁੰਡਾ ਸੀਗਾ, ਇੱਕ ਮੇਰਾ ਮੁੰਡਾ ਤੇ ਕੁੜੀ ਸੀਗੇ। ਉਹ ਆ ਗਏ, ਅਸੀਂ ਚੱਕ ਕੇ ਉਸ ਨੂੰ ਨਾ ਤੇ ਜਦੋਂ ਲਿਜਾ ਕੇ ਨਹਾਉਣੇ ਦੇ ਵਿੱਚ ਧੋ ਕੇ ਅਸੀਂ ਮੰਜੇ ਤੇ ਪਾਇਆ। ਉਦੋਂ ਬਾਅਦ 'ਚ ਉਹਦੀ ਜ਼ਬਾਨ ਤਲ ਆ ਗਈ ਸੀਗੀ। ਉਹ ਕਹਿੰਦਾ ਮੰਮੀ ਮੇਰੀਆਂ ਅੰਦਰਾਂ ਠਰੀ ਜਾਂਦੀਆਂ ਗਈਆਂ। ਮੈਂ ਉਹਦੇ ਮੂੰਹ ਕੋਲੇ ਕੰਨ ਲਾ ਕੇ ਉਹਦੀਆਂ ਆਵਾਜ਼ਾਂ ਦੀ ਸਮਝ ਲੈਂਦੀ ਸੀਗੀ। ਉਸ ਨੂੰ ਚੱਕ ਕੇ ਅਸੀਂ ਅੰਦਰ ਲੈ ਗਏ ਸੀਗੇ। ਜਦੋਂ ਅੰਦਰ ਲੈ ਗਏ ਸੀਗੇ ਉਦੋਂ ਨਾਲ ਤਾਂ ਉਹ ਲੱਤਾਂ ਬਾਹਾਂ ਮਾਰਨ ਲੱਗ ਗਿਆ ਸੀਗਾ, ਨਾਲੇ ਉਹ ਕਹਿਣ ਲੱਗ ਗਿਆ ਕਹਿੰਦਾ ਮੰਮੀ ਮੈਨੂੰ ਤੜਕੇ ਥਾਣੇ ਦੇ ਵਿੱਚ ਬੁਲਾਇਆ ਗਾ, ਲੈ ਕੇ ਨਾ ਜਾਈ। ਮੈਂ ਕਿਹਾ ਨਹੀਂ ਪੁੱਤ ਲੈ ਕੇ ਨਹੀਂ ਜਾਂਦੀ। ਕਹਿੰਦਾ ਮੰਮੀ ਮੈਨੂੰ 7 ਜਣਿਆਂ ਨੇ ਕੁੱਟਿਆ ਸੀਗਾ, ਕਹਿੰਦਾ ਤੇ ਮੈਂ ਅੱਖਾਂ ਹੀ ਚੜਾਉਂਦਾ ਸੀਗਾ। ਮੈਂ ਕਿਹਾ ਕਹਿੰਦਾ ਨਾਲੇ ਮੇਰੇ ਮੰਮੀ ਮਸ਼ੀਨ ਲਾਉਣਗੇ, ਕਹਿੰਦਾ ਤੜਕੇ ਮੈਨੂੰ ਲੈ ਕੇ ਨਾ ਜਾਈ। ਉਹ ਪੂਰਾ ਡਰਿਆ ਹੋਇਆ ਸੀਗਾ, ਲੱਤਾਂ ਬਾਹਾਂ ਮਾਰਦਾ ਸੀ। ਜਦੋਂ ਉਹਨੇ ਅੱਖਾਂ ਹੀ ਚੜਾਉਣ ਲੱਗਿਆ ਮੈਂ ਕਿਹਾ ਮਨਪ੍ਰੀਤ ਤੂੰ ਅੱਖਾਂ ਹੀ ਨਾ ਚੜਾ ਪੁੱਤ, ਮੈਨੂੰ ਡਰ ਲੱਗਦਾ ਗਾ। ਮੈਂ ਕਿਹਾ ਤੂੰ ਐਂ ਕਿਉਂ ਕਰ ਦਾਂਗਾ? ਕਹਿੰਦਾ ਮੰਮੀ ਮੇਰੀਆਂ ਅੱਖਾਂ ਦੇ ਵਿੱਚ ਪਤਾ ਨਹੀਂ ਕਹਿੰਦਾ ਕੀ ਪਾਊਡਰ ਜਿਹਾ ਪਾਇਆ ਗਾ। ਕਹਿੰਦਾ ਉਦੋਂ ਬਾਅਦ 'ਚ ਜੀ ਬਸ ਲੱਤਾਂ ਬਾਹਾਂ ਜਿਹੀਆਂ ਮਾਰਦਾ ਥੋੜ੍ਹੀ ਜਿਹੀ ਚਿਰ ਉਹਨੇ ਵੀ ਤੰਗਰੀੜ ਜੀ ਲੈਤੀ, ਕਿਉਂਕਿ ਉਹਦੇ ਵੀ ਬਾਥਰੂਮ ਵਾਲੇ ਥਾਂ ਵੀ ਬਹੁਤ ਜ਼ਿਆਦਾ ਸੱਟ ਵੱਜੀ ਹੋਈ ਸੀਗੀ। ਉਹਨੇ ਦੋਨੇ ਹੱਥ ਪਾ ਕੇ ਜਦੋਂ ਤੰਗਰੀੜ ਜੀ ਲੈਤੀ, ਉਹਦੀ ਮੇਰੀ ਬੁੱਕਲ ਦੇ ਵਿੱਚ ਹੀ ਪਏ ਦੀ ਜਾਨ ਨਿਕਲ ਗਈ ਸੀ। ਮੈਂ ਇੱਥੇ ਆਇਆ ਸੀ ਕਿ ਮਨਪ੍ਰੀਤ ਜਿਹੜਾ ਆ ਇੱਕ ਲੜਕਾ ਜਿਹੜਾ ਜਿਹਦੀ ਪੁਲਿਸ ਕਸਟਡੀ ਦੇ ਵਿੱਚ ਟੌਰਚਰ ਕਰਨ ਤੋਂ ਬਾਅਦ ਉਹਦੀ ਡੈਥ ਹੋ ਗਈ ਸੀ, ਔਰ ਉਹਦੇ ਪਰਿਵਾਰ ਵੱਲੋਂ ਜਿਹੜਾ ਬਾਰ-ਬਾਰ ਰਿਕੁਐਸਟ ਕੀਤੀ ਜਾ ਰਹੀ ਸੀ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਔਰ ਸਾਡੇ ਤੇ ਕੋਈ ਵੀ ਪਰਚਾ ਨਹੀਂ ਜਿਹੜਾ ਕੀਤਾ ਗਿਆ, ਕਿਉਂਕਿ ਮੁੰਡੇ ਦਾ ਮਰਡਰ ਹੋਇਆ। ਔਰ ਉਸ ਦੇ ਤੱਥਾਂ 'ਤੇ ਹੀ ਮੈਂ ਦੇਖਣ ਦੇ ਲਈ, ਉਸ ਸਪੌਟ ਵਿਜ਼ਿਟ ਦੇ ਲਈ, ਕਿਉਂਕਿ ਅਸੀਂ ਪਹਿਲਾਂ ਵੀ ਨੋਟਿਸ ਤਾਂ ਕੀਤੇ ਸੀ ਪਰ ਸਾਡੇ ਵੀ ਉਹ ਨੋਟਿਸ ਦਾ ਜਵਾਬ ਨਾ ਆਉਣ ਕਰਕੇ ਸਾਨੂੰ ਇੱਥੇ ਆਉਣਾ ਪਿਆ ਜੀ। ਔਰ ਜਦੋਂ ਇੱਥੇ ਆਏ ਤੇ ਦੇਖਣ ਨੂੰ ਮਿਲਿਆ ਕਿ ਅਣਸੁਖਾਵੀਆਂ ਘਟਨਾ ਵੀ ਘਟਣੀਆਂ ਸ਼ੁਰੂ ਹੋ ਗਈਆਂ ਜੀ, ਕਿਉਂਕਿ ਇੱਕ ਦਲਿਤ ਦੀ ਜਦੋਂ ਕੋਈ ਡੈਥ ਹੁੰਦੀ ਹੈ ਔਰ ਅਗਰ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਨੁਸੂਚਿਤ ਜਾਤੀ ਕਮਿਸ਼ਨ ਦਾ ਕੰਮ ਹੈ ਉਹਨੂੰ ਨਿਆਂ ਦਿਵਾਉਣ ਦੇ ਲਈ ਉਹਦੇ ਕੋਲ ਜਾਣਾ ਔਰ ਉਹਨੂੰ ਕਿਸੇ ਹੋਰ ਮੁੱਦਿਆਂ ਦੇ ਉੱਤੇ ਕਿਸੇ ਦੇ ਆਪਣੇ ਵੱਖਰੇ ਨਿੱਜੀ ਸਵਾਰਥਾਂ ਕਰਕੇ ਅਸੀਂ ਕਮਿਸ਼ਨ ਦਾ ਕੰਮ ਨਹੀਂ ਰੋਕ ਸਕਦੇ। ਸੋ ਪਰ ਐਸੀ ਸੀ ਕਿ ਕਿਸੇ ਨੂੰ ਕਹਿੰਦੇ ਸਮਝਦਾਰ ਨੂੰ ਤਾਂ ਸਮਝਾਇਆ ਜਾ ਸਕਦਾ, ਪਰ ਜਿਹੜਾ ਸਮਝਣਾ ਹੀ ਨਾ ਚਾਹੇ, ਕਿਉਂਕਿ ਸਾਡੇ ਪਿੰਡਾਂ 'ਚ ਕਹਿੰਦੇ ਵੀ ਸੁੱਤੇ ਨੂੰ ਤਾਂ ਜਗਾਇਆ ਜਾ ਸਕਦਾ ਪਰ ਮਚਲੇ ਨੂੰ ਨਹੀਂ। ਔਰ ਅੱਜ ਜੇ ਕੋਈ ਸਮਝਣਾ ਨਾ ਚਾਹੇ, ਜਦ ਕਿ ਮੇਰਾ ਉਸ ਇਸ਼ੂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਮੇਰਾ ਇੱਕ ਸੰਵਿਧਾਨਿਕ ਪਦ ਹੈ ਔਰ ਸੰਵਿਧਾਨਿਕ ਪਦ ਹੋਣ ਦੇ ਨਾਤੇ ਹੀ ਮੈਂ ਇੱਥੇ ਆਇਆ
ਔਰ ਉਸ ਨਾਤੇ ਹੀ ਮੈਂ ਉੱਥੇ ਜਾਣਾ ਔਰ ਮੈਨੂੰ ਜਿਹੜੇ ਲੀਗਲੀ ਕੋਈ ਰੋਕ ਨਹੀਂ ਸਕਦਾ। ਇਸ ਕਰਕੇ ਜਿਨ੍ਹਾਂ ਨੇ ਰੋਕਿਆ, ਕਿਉਂਕਿ ਪੁਲਿਸ ਨੇ ਵੀ ਰਿਕੁਐਸਟ ਕੀਤੀ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਥੋੜ੍ਹੀ ਗੜਬੜਾ ਸਕਦੀ ਹੈ, ਪਰ ਅਸੀਂ ਵੀ ਆਪਣਾ ਦਿਮਾਗ ਨੂੰ ਇਸਤੇਮਾਲ ਕਰਦੇ ਹੋਏ ਸਥਿਤੀ ਨਾ ਗੜਬੜਾਏ ਅਸੀਂ ਇੱਥੇ ਬੈਠੇ ਔਰ 3-4 ਘੰਟੇ ਇਹਨਾਂ ਦੇ ਪ੍ਰयास ਤੋਂ ਬਾਅਦ ਵੀ ਜਦੋਂ ਉਹ ਨਹੀਂ ਹਟੇ ਤੇ ਫਿਰ ਅਸੀਂ ਵੀ ਇਹਨਾਂ ਨੂੰ ਹਦਾਇਤ ਦਿੱਤੀ ਹੈ, ਡਾਇਰੈਕਸ਼ਨ ਦਿੱਤੀ ਕਿ ਇਮੀਡੀਏਟਲੀ ਕਿਸਾਨਾਂ ਦੇ ਨਾਂ ਦੇ ਉੱਤੇ ਬੈਠੇ ਜਿਹੜੇ ਉਹ ਦੋਸ਼ੀਆਂ ਦੀ ਹਮਾਇਤ ਕਰਨ ਲਈ ਔਰ ਦਲਿਤਾਂ ਤੇ ਅਤਿਆਚਾਰ ਕਰਨ ਵਾਲਿਆਂ ਦੇ ਨਾਲ ਖੜੇ ਹੋਣ ਵਾਲੇ ਵਿਅਕਤੀਆਂ ਦੇ ਉੱਤੇ ਜਿਹੜੇ ਕਮਿਸ਼ਨ ਦਾ ਰਸਤਾ ਰੋਕਦੇ ਆ ਉਹਨਾਂ ਦੇ ਉੱਤੇ ਵੀ ਇੱਕ ਪਰਚਾ ਹੋਰ ਕੀਤਾ ਜਾਵੇ। ਔਰ ਜਿਹੜੇ ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਤਾਂ ਹੀ ਇੱਥੇ ਉਦੋਂ ਤੇ ਬੈਠੇ ਸੀ ਕਿ ਜਾਂ ਤਾਂ ਅਸੀਂ ਜਾਵਾਂਗੇ ਜਾਂ ਅਸੀਂ ਉਹਦੇ ਤੇ ਐਫ.ਆਈ.ਆਰ ਕਰਾਂਗੇ। ਹੁਣ ਐਫ.ਆਈ.ਆਰ ਹੋ ਗਈ ਉਹਨਾਂ ਦੇ ਖਿਲਾਫ? ਉਹਨਾਂ ਦੇ ਉੱਤੇ ਐਫ.ਆਈ.ਆਰ ਹੁਣ ਹੋ ਗਈ ਆ, ਐਫ.ਆਈ.ਆਰ ਨੰਬਰ 75 ਹੈ। ਨਾ ਤਾਂ ਉਹ ਬਾਅਦ 'ਚ ਦੱਸ ਦੇਣਗੇ ਤੁਹਾਨੂੰ ਕਿ ਮੈਨੂੰ ਜੋ ਦੱਸਦਾ ਗਿਆ ਕਿ ਐਫ.ਆਈ.ਆਰ ਜਿਹੜੀ ਆ ਉਹ ਭਿੱਖੀ ਥਾਣੇ ਦੀ ਭਿੱਖੀ ਥਾਣੇ ਦੇ ਵਿੱਚ ਪੀਐਸ ਭਿੱਖੀ ਥਾਣਾ ਐਫ.ਆਈ.ਆਰ ਨੰਬਰ 75 ਉਹਨਾਂ ਤੇ ਦਰਜ ਕਰ ਦਿੱਤੀ ਗਈ ਕਿਉਂਕਿ ਐਸਸੀ ਕਮਿਸ਼ਨ ਦਾ ਰਸਤਾ ਰੋਕਣਾ ਔਰ ਐਸਸੀ ਦੇ ਘਰ ਜਾਣ ਤੋਂ ਰੋਕਣਾ ਔਰ ਉਹਦੇ ਰੋਕਣ ਦਾ ਵੀ ਇੱਕ ਜਿਹੜਾ ਐਸਸੀ ਐਕਟ ਉਹਦੇ ਤੇ ਲੱਗਦਾ ਔਰ ਇਹ ਬਿਨਾਂ ਵਜ੍ਹਾ ਦੇ ਉੱਤੇ ਕਿਸੇ ਹੋਰ ਆਪਣੇ ਸਵਾਰਥ ਦੇ ਲਈ ਉਹ ਰੋਕਿਆ ਗਿਆ ਰਾਸਤੇ ਦੇ ਲਈ ਤਾਂ ਕਿ ਇਹ ਪਿਰਤ ਜਿਹੜੀ ਪੂਰੇ ਪੰਜਾਬ 'ਚ ਨਾ ਪਵੇ। ਇਸ ਕਰਕੇ ਉਹਦੇ ਤੇ ਪਰਚਾ ਜਿਹੜਾ ਉਹਨਾਂ ਤੇ ਵੀ ਬੱਚੇ ਦੀ ਮੌਤ ਹੋਈ ਉਸ ਮਾਮਲੇ ਦਾ ਮੈਂ ਉਹਦੇ ਤੇ ਤੁਸੀਂ ਸਵਾਲ ਹੀ ਜਿਹੜਾ ਕੀਤਾ ਮੈਂ ਉਹਦਾ ਜਵਾਬ ਦੇ ਰਿਹਾ। ਮੈਂ ਉਹਦੇ ਤੇ ਲਾਸਟ ਜਾਣਾ ਸੀ, ਇਸ ਸਵਾਲ ਤੇ ਮੈਂ ਲਾਸਟ ਜਾਣਾ ਸੀ, ਤੁਸੀਂ ਸਵਾਲ ਹੀ ਪਹਿਲਾਂ ਉਹ ਕੀਤਾ ਹੈ। ਹੁਣ ਜਿਹੜਾ ਹੈ ਕਿ ਬੱਚਾ ਜਿਹਦੀ ਡੈਥ ਹੋਈ ਹੈ ਮਨਪ੍ਰੀਤ ਜਿਹੜਾ ਸਿੰਘ ਸੀਗਾ, ਇਹ ਮਨਜੀਤ ਸਿੰਘ ਦਾ ਪੁੱਤਰ ਸੀਗਾ, ਉਹਦੇ ਪਰਿਵਾਰ ਨੂੰ ਵੀ ਮੈਂ ਇੱਥੇ ਬੁਲਾਇਆ। ਪ੍ਰਸ਼ਾਸਨ ਦੇ ਨਾਲ ਡੀਸੀ ਸਾਹਿਬ, ਐਸਐਸਪੀ ਸਾਹਿਬ, ਆਈਜੀ ਸਾਹਿਬ ਅਸੀਂ ਸਾਰੇ ਬੈਠੇ ਹਾਂ ਔਰ ਉਹਦੇ 'ਚ ਵੀ ਜਿਹੜੀ ਕਾਰਵਾਈ ਹੋਈ ਹੈ ਕਿ ਇੱਕ ਐਸਸੀ ਐਕਟ ਦੇ ਵਿੱਚ ਹੀ ਉਹਦੀ ਐਫ.ਆਈ.ਆਰ ਹੋਏਗੀ, 302 ਤਾਂ ਲੱਗੇਗੀ, ਨਾਲ ਉਹਦੇ ਐਸਸੀ ਐਕਟ ਵੀ ਲੱਗੇਗਾ ਔਰ ਜੋ ਵੀ ਐਫ.ਆਈ.ਆਰ ਜਿਹੜੀ ਹੈ ਐਸਸੀ ਐਕਟ ਦੇ ਵਿੱਚ ਵੀ ਉਹਦੇ ਤੇ ਲੱਗੇਗੀ। ਉਹਦੇ 'ਚ ਉਹਦਾ ਮੁਆਵਜ਼ਾ ਜਿਹੜਾ ਡੈਥ ਤੋਂ ਬਾਅਦ ਉਹ 8.25 ਲੱਖ ਹੁੰਦਾ, ਉਹਦਾ 50% ਜਿਹੜਾ ਆ ਉਹ ਪਹਿਲਾਂ ਦਿੱਤਾ ਜਾਂਦਾ ਐਫ.ਆਈ.ਆਰ ਦੇ ਨਾਲ ਹੀ, ਬਾਕੀ ਉਹਨੂੰ ਬਾਅਦ 'ਚ ਦਿੱਤਾ ਜਾਂਦਾ। ਸੋ ਜਿਹੜਾ ਉਹ ਵੀ ਡੀਸੀ ਸਾਹਿਬ ਨਾਲ ਹੋ ਗਿਆ, ਉਹ ਕੱਲ੍ਹ ਜਾਂ ਸੋਮਵਾਰ ਤੱਕ ਉਹਨਾਂ ਨੇ ਕਿਹਾ ਕਿ ਮੰਗਲਵਾਰ ਤੋਂ ਡਿਲੇ ਨਹੀਂ ਹੋਣਾ ਚਾਹੀਦਾ। ਇਹ ਜਿਹੜਾ ਆ ਉਹ 4,12,500 ਰੁਪਇਆ ਉਹਨਾਂ ਨੂੰ ਉਹ ਮੁਆਵਜ਼ਾ ਦੇ ਦਿੱਤਾ ਜਾਏਗਾ। ਡੀਸੀ ਵੱਲੋਂ? ਹਾਂਜੀ, ਡੀਸੀ ਵੱਲੋਂ ਕਿ ਤੁਹਾਡੇ ਕਮਿਸ਼ਨ ਵੱਲੋਂ ਕੀ ਹੱਲ? ਨਹੀਂ, ਕਮਿਸ਼ਨ ਵੱਲੋਂ ਕੋਈ ਨਹੀਂ ਹੁੰਦਾ। ਕਮਿਸ਼ਨ ਜਿਹੜਾ ਸਰਕਾਰ ਦੀਆਂ ਤੱਕ ਸਕੀਮਾਂ ਨੂੰ ਉਹਨਾਂ ਨੂੰ ਲਾਗੂ ਕਰਦਾ ਹੈ। ਇਹ ਜਿਹੜਾ ਸਰਕਾਰ ਦਾ ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ ਦੇ ਮੁਤਾਬਕ ਹੀ ਉਹਨਾਂ ਦਾ 8.25 ਲੱਖ ਰੁਪਈਆ ਹੈ। ਉਹ ਕਮਿਸ਼ਨ ਨਹੀਂ ਦਿੰਦਾ ਕਿਉਂਕਿ ਉਹ ਇੱਕ ਫੈਡਰਲ ਸਿਸਟਮ ਦੇ ਵਿੱਚ ਇੱਕ ਸਿਸਟਮ ਆ, ਉਹ ਡਿਪਟੀ ਕਮਿਸ਼ਨਰ ਰਾਹੀਂ ਜਾਂਦਾ ਹੈ। ਸੋ ਡਿਪਟੀ ਕਮਿਸ਼ਨਰ ਸਾਹਿਬ ਉਹਨੂੰ ਉਹ ਡਿਸਬਰਸ ਕਰਨਗੇ। ਪਰਿਵਾਰ ਸੈਟੀਸਫਾਈਡ ਹੈ ਜੀ? ਮੈਂ ਹਲੇ ਗੱਲ ਖਤਮ ਨਹੀਂ ਕੀਤੀ, ਫਿਰ ਤੁਸੀਂ ਕਹਿਣਾ ਕਿ ਹੋਰ ਨਹੀਂ ਕੀਤਾ, ਫਿਰ ਤੁਸੀਂ ਵਿੱਚ ਸਵਾਲ ਹੋਰ ਪਹਿਲਾਂ ਮੈਨੂੰ ਖਤਮ ਕਰਨ ਦਿਓ, ਫਿਰ ਉਸ ਤੋਂ ਬਾਅਦ ਸਵਾਲ ਕਰ। ਉਹਦੇ ਨਾਲ ਇੱਕ ਜਿਹੜਾ ਛੋਟਾ ਭਰਾ ਆ ਉਹਦੀ ਉਮਰ 17 ਸਾਲ। ਇਸੇ ਦੇ ਵਿੱਚ ਹੀ ਹੁੰਦਾ ਕਿ ਜਦੋਂ ਕੋਈ ਪਰਿਵਾਰ ਦੇ ਵਿੱਚ ਉਹਦਾ ਕੋਈ ਕਿਉਂਕਿ ਜਾਂਦਾ ਆ 18 ਸਾਲ ਬੱਚਾ ਜਾਂਦਾ ਹੈ ਤਾਂ ਉਹਦੇ ਤੋਂ ਬਾਅਦ ਜਿਹੜਾ ਕੋਈ ਪਰਿਵਾਰ 'ਚ 18 ਸਾਲ ਤੋਂ ਘੱਟ ਹੋਵੇ ਔਰ ਉਹਨੂੰ ਗ੍ਰੈਜੂਏਸ਼ਨ ਤੱਕ ਦੀ ਜਿਹੜੀ ਪ੍ਰਾਵਧਾਨ ਵੀ ਆ ਉਹ ਇਹਦੇ 'ਚ ਦਿੱਤਾ ਜਾਂਦਾ, ਜਿਹਦੇ ਲਈ ਡੀਸੀ ਸਾਹਿਬ ਨੂੰ ਵੀ ਔਰ ਐਸਐਸਪੀ ਸਾਹਿਬ ਨੂੰ ਵੀ ਕਹਿ ਦਿੱਤਾ ਗਿਆ ਕਿ ਇਹਦੇ ਪ੍ਰਾਵਧਾਨ ਕਰਨਾ। ਔਰ 18 ਸਾਲ ਬਾਅਦ ਹੋਣ ਤੋਂ ਬਾਅਦ ਅਗਰ ਉਹ ਕੋਈ ਕਹੇ ਕਿ ਮੈਂ ਪੜ੍ਹਨਾ ਨਹੀਂ ਹੈ ਤੇ ਨੌਕਰੀ ਕਰਨਾ ਤਾਂ ਉਹਦੇ ਨੌਕਰੀ ਦਾ ਪ੍ਰਾਵਧਾਨ ਵੀ ਹੈ। ਔਰ ਕਿਉਂਕਿ ਇਹਨਾਂ ਕੋਲ ਆਪਣਾ ਮਕਾਨ ਨਹੀਂ ਹੈ ਪਰ ਉਹ ਪੁੱਛਿਆ ਪਰਿਵਾਰ ਕੋਲ, ਉਹਨਾਂ ਕੋਲ ਪਲਾਟ ਹੈ, ਉਹਦੇ ਤੇ ਮਕਾਨ ਉਸਾਰੀ ਦੇ ਲਈ ਵੀ ਇਸ ਪੀਓ ਐਕਟ ਦੇ ਤਹਿਤ ਹੀ ਉਹਨੂੰ ਜਿਹੜਾ ਡੀਸੀ ਸਾਹਿਬ ਉਹਨੂੰ ਗ੍ਰਾਂਟ ਦੇਣਗੇ, ਉਹਨੂੰ ਮਕਾਨ ਦੀ ਉਸਾਰੀ ਕਰਵਾ ਕੇ ਦੇਣਗੇ। ਔਰ ਨਾਲ ਜਿਹੜਾ ਅਗਲਾ ਕਿ ਇਸ ਦੇ ਵਿੱਚ ਜਿਹੜੀ ਪੈਨਸ਼ਨ ਜਿਹੜੀ ਮਾਤਾ ਦੀ ਪੈਨਸ਼ਨ ਵੀ ਹੁੰਦੀ ਹੈ ਉਹ 5000 ਰੁਪਏ ਤੱਕ ਪੈਨਸ਼ਨ ਦਾ ਪ੍ਰਾਵਧਾਨ ਇਸ ਪੀਓ ਐਕਟ ਦੇ ਤਹਿਤ ਹੀ ਹੈ। ਔਰ ਉਹ ਪੈਨਸ਼ਨ ਦਾ ਵੀ ਪ੍ਰਾਵਧਾਨ ਜਿਹੜਾ ਪ੍ਰੋਸੈਸ ਜਿਹੜਾ ਉਹ ਡੀਸੀ ਸਾਹਿਬ, ਕਿਉਂਕਿ ਇਹ ਚੀਜ਼ਾਂ ਐਡਮਿਨਿਸਟ੍ਰੇਟਿਵ ਪਾਰਟ ਦੀਆਂ ਨੇ ਜਿਨ੍ਹਾਂ ਨੂੰ ਡੀਸੀ ਸਾਹਿਬ ਇੰਪਲੀਮੈਂਟ ਕਰਨਗੇ। ਜਿਹੜੀ ਉਹਦੇ ਤੇ ਦੂਸਰੀ ਸੀ ਕ੍ਰਿਮੀਨਲ ਕਾਰਵਾਈ ਕਰਦੇ ਸੀ, ਉਹਦੇ ਤੇ ਕ੍ਰਾਈਮ ਦੇ ਉੱਤੇ ਜਿਹੜਾ ਐਸਐਸਪੀ ਸਾਹਿਬ ਕਰਨਗੇ। ਔਰ ਉਹਦੇ ਤੇ ਵੀ ਜਿਹੜੀ ਬੱਚੇ ਦੀ ਡੈਥ ਤੋਂ ਬਾਅਦ ਹਾਲੇ ਤੱਕ ਐਫਆਈਆਰ ਨਹੀਂ ਸੀ ਹੋਈ, ਉਹ ਵੀ 69 ਨੰਬਰ ਜਿਹੜੀ 69 ਪੀਐਸ ਸਿਟੀ ਬੁਢਲਾਡਾ ਉਹਦੇ ਵਿੱਚ ਐਸਸੀ ਐਕਟ ਦੇ ਤਹਿਤ ਉਹ ਵੀ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਔਰ ਜਿਹੜੀ ਉਸੇ ਦਰਜ ਤੋਂ ਬਾਅਦ ਹੀ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਉਹ ਉਹਨੂੰ ਸਹੂਲਤਾਂ ਮਿਲ ਪਾਣਗੀਆਂ।
ਇਹ ਪਰਿਵਾਰ ਦੇ ਨਾਲ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਕੇ ਪ੍ਰਸ਼ਾਸਨ ਔਰ ਪਰਿਵਾਰ ਦੇ ਵਿੱਚ ਹੁਣੇ ਜਿਹੜੀ ਸਾਡੀ ਲਾਸਟ ਗੱਲ ਹੋਈ ਉਹਦੇ 'ਚ ਇਹ ਚੀਜ਼ਾਂ ਤੈਅ ਹੋਈਆਂ। ਸੰਭਾ ਜੀ ਸੋ- ਜਿਹੜਾ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਇਹ ਕਿੰਨੇ ਪੁਲਿਸ ਮੁਲਾਜ਼ਮਾਂ ਤੇ ਕਰਾਇਆ ਗਿਆ? ਕਿਹੜਾ ਜਿਹੜਾ ਇਹ 302 ਦਾ ਵਰਤਾ ਜਿਹੜਾ 69 ਦੀ ਗੱਲ ਕਰ ਰਹੇ ਨੇ, ਫਿਲਹਾਲ ਤਾਂ ਐਸਐਚਓ ਨੂੰ ਸਸਪੈਂਡ ਕੀਤਾ, ਉਹਦੇ ਤੇ ਜੋ ਦੋਸ਼ੀ ਇੰਚਾਰਜ ਤਾਂ ਐਸਐਚਓ ਹੁੰਦਾ ਨਾ, ਐਸਐਚਓ ਦੱਸੇ ਕਿ ਇਹਦੇ 'ਚ ਹੋਰ ਕੌਣ ਸੀ, ਕਿਉਂਕਿ 23 ਸੱਟਾਂ ਜਿਹੜੀਆਂ ਉਹਦੇ ਜਿਸਮ ਦੇ ਉੱਤੇ ਜਿਹੜੀਆਂ ਪਾਈਆਂ ਗਈਆਂ ਪੋਸਟਮਾਰਟਮ ਦੀ ਰਿਪੋਰਟ 'ਚ, ਔਰ ਗਲੇ ਦੇ ਵਿੱਚ ਉਹਦੇ ਮਤਲਬ ਖੂਨ ਦੀਆਂ ਵੀ ਜਿਹੜੇ ਥੱਥੇ ਪਾਏ ਗਏ। ਸੋ ਇਸ ਚੀਜ਼ਾਂ ਨੂੰ ਬਾਕੀ ਤਾਂ ਕਿਉਂਕਿ ਇੰਚਾਰਜ ਐਸਐਚਓ ਆ, ਉਹ ਇਹਨਾਂ ਦਾ ਪਾਰਟ ਰਹੇਗਾ ਔਰ ਉਸ ਪਾਰਟ ਦੇ ਵਿੱਚ ਕੌਣ ਹੋਰ ਦੋਸ਼ੀ ਸੀਗੇ ਉਹ ਦੇਖ ਕੇ ਇਹ ਦੱਸੋ। ਬਾਕੀ ਤੁਸੀਂ ਕੁਝ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹੀਦਾ। ਦੇਖੋ ਦੋ ਅਲੱਗ-ਅਲੱਗ ਐਫਆਈਆਰ ਦਰਜ ਕੀਤੇ, ਜਿੱਦਾਂ ਆਨਰੇਬਲ ਚੇਅਰਪਰਸਨ ਸਾਹਿਬ ਨੇ ਤੁਹਾਨੂੰ ਦੱਸਿਆ ਹੈਗਾ। ਇੱਕ ਐਫਆਈਆਰ ਆਬਸਟ੍ਰਕਸ਼ਨ ਦਾ ਦਰਜ ਕੀਤਾ ਗਿਆ ਹੈਗਾ ਤੇ ਦੂਜਾ ਐਫਆਈਆਰ ਜਿਹੜਾ ਹੈਗਾ ਜਿਹੜੀ ਕੰਪਲੇਂਟ ਵਿਕਟਿਮ ਫੈਮਿਲੀ ਵੱਲੋਂ ਦਿੱਤੀ ਗਈ ਹੈਗੀ ਉਹਦੇ 'ਚ ਐਫਆਈਆਰ ਦਰਜ ਕੀਤਾ ਜਾ ਰਿਹਾ ਹੈਗਾ, ਜਿਹੜਾ 69 ਨੰਬਰ ਸਿਟੀ ਬੁੱਢਲਾਡਾ ਦੱਸਿਆ ਹੈਗਾ ਉਹਨਾਂ ਨੂੰ। ਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਟੇਕਅਪ ਕੀਤਾ ਜਾਏਗਾ। ਪੋਸਟਮਾਰਟਮ ਉਹਦਾ ਹੋ ਚੁੱਕਿਆ ਹੈਗਾ, ਉਹਦੇ ਰਿਪੋਰਟ ਤੋਂ ਬਾਅਦ ਜਿਹੜੀ ਵੀ ਕਾਰਵਾਈ ਹੁਣ ਬਣਦੀ ਹੈਗੀ ਉਹ ਅਸੀਂ ਆਗੇ। ਸਰ ਥੋੜੀ ਡਿਟੇਲ ਦੇ ਦਿਓ ਵੀ ਜਿਹੜੇ ਬੱਚੇ ਦੀ ਮੌਤ ਹੋਈ ਸੀ ਉਹਦੇ ਕਿਹਦੇ ਖਿਲਾਫ ਕਾਰਵਾਈ हुई है, अंडर सेक्शन की है और शुरुआती जांच दोषी कौन है? देखो अभी एफआईआर दर्ज कर रहे हैं हम आज, उसके बाद में डिटेल इन्वेस्टिगेशन का जो पार्ट है वो हम आपके साथ साझा कर देंगे। अंडर सेक्शन SC/ST एक्ट एंड 304 IPC। फिलहाल अज्ञात के खिलाफ वो मैं देख लेता हूँ कंप्लेंट के अंदर क्या दिया हुआ है उन्होंने, देख के बता दूँ। और सर सेकंड जो मामले की बात कर रहे हैं किसानों के खिलाफ मामला दर्ज हुआ है, उसमें 6 लोगों के खिलाफ मुकदमा दर्ज है बाई नेम, और उसके अलावा काफ़ी सारे अज्ञात। उसमें सर IPC धारा IPC धारा ऑब्स्ट्रक्शन की सेक्शन अपना 188 डिजास्टर मैनेजमेंट एक्ट SC/ST एक्ट एंड 283 IPC। सर लगता नहीं सांपला साहब वहाँ गए भी नहीं फिर भी ऐसे लग गया, रोकने की कोशिश तो नहीं की गई? ये एज पर लॉ के प्रोविजंस हैं, उसमें डिटेल आपको मैं समझा दूंगा कैसे लगा है। ऐसी एक्ट में पहले गिरफ्तारी होती है सर? इन्वेस्टिगेशन टेकअप होगी जी, इन्वेस्टिगेशन टेकअप होने के बाद जो कार्रवाई बनती है वो करेंगे हम। सर फैमिली फिलहाल सैटिस्फाइड है ਤੁਹਾਡੀ ਪੁਲਿਸ ਦੀ ਕਾਰਵਾਈ ਤੋਂ? ਹੁਣ ਚੇਅਰਪਰਸਨ ਸਾਹਿਬ ਨੂੰ ਮਿਲ ਲਿਆ ਹੈਗਾ, ਚੇਅਰਪਰਸਨ ਸਾਹਿਬ ਨੇ ਤੁਹਾਨੂੰ ਦੱਸਤਾ ਹੈਗਾ ਕਿ ਫੈਮਿਲੀ ਦਾ ਸੈਟੀਸਫੈਕਸ਼ਨ ਲੈਵਲ ਕੀ ਹੈਗਾ, ਤੇ ਉਸ ਤੋਂ ਬਾਅਦ ਸਾਡਾ ਕੰਮ ਹੈਗਾ ਕਾਨੂੰਨੀ ਕਾਰਵਾਈ ਕਰਨਾ ਜਿਹੜੀ ਅਸੀਂ ਕਰ ਰਹੇ ਹਾਂ। SHO ਫਿਲਹਾਲ ਸਸਪੈਂਡ ਕੀਤਾ ਗਿਆ ਉਸ ਮਾਮਲੇ 'ਚ, ਪਹਿਲਾਂ ਵਾਲੇ 'ਚ? ਦੱਸਿਆ ਤੁਹਾਨੂੰ ਹੁਣੇ ਚੇਅਰਪਰਸਨ ਸਾਹਿਬ ਨੇ ਕਿ ਹਾਂਜੀ ਐਸਾ ਸਸਪੈਂਡ ਕੀਤਾ ਗਿਆ ਹੈ।